देख रहे सारे विद्यार्थियों ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦੀ ਇਹ ਵੀਡੀਓ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਇਸ ਤੋਂ ਪਹਿਲਾਂ ਅਸੀਂ 9ਵੀਂ ਕਲਾਸ ਦੇ ਫਸਟ ਅਧਿਆਇ ਦੇ ਅਭਿਆਸ 1.3 ਤੱਕ ਜਿਹੜੇ ਸਵਾਲ ਹੈ ਉਹ ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹਾਂ ਪਿਛਲੀਆਂ ਵੀਡੀਓਜ਼ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਐਕਸਰਸਾਈਜ਼ 1.4 1.4 ਦੇ ਜਿਹੜੇ ਸਵਾਲ ਹੈ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਠੀਕ ਹੈ, ਕਿਵੇਂ ਪ੍ਰਮੇय ਸੰਖਿਆਵਾਂ ਨੂੰ ਅਸੀਂ ਐਂਡਲੈਸਲੀ ਸੰਖਿਆ ਰੇਖਾ ਦੇ ਉੱਤੇ ਦਰਸਾ ਸਕਦੇ ਹਾਂ ਉਹ ਆਪਾਂ ਇਸ ਵੀਡੀਓ ਦੇ ਵਿੱਚ ਸਿੱਖਾਂਗੇ। ठीक है, तो आओ देखते हैं। हाँ जी बच्चों, तुसी स्क्रीन ते देख सकते हो कि संख्या रेखा जी है वो थानू एक दिखाई दे रही है जिहदे विचकार 0 है। उस तो बाद सज्जे पासे 1 2 3 ते खब्बे पासे -1 -2 -3 संख्यावां जिहड़ियां अंकित कीतियां गईयां ने। ठीक है, तो इसे दे विच अगर असी 2 ते 3 जिहड़ियां साडे कोल संख्यावां ने उन्हां नूं अगर असी एक्सप्लोर करके वड्डा करके देखिए तो उन्हां दे विचकार वालीआं जिहड़ियां लाइनस है छोटियां लाइनस जिहड़ियां साडे कोल स्केल दे उत्ते भी बणीआं हुंदियां तुसीं देखियां होणगीआं। 2 और 3 और 4 दे विचकार छोटियां लाइनस बणीआं हुंदियां जिन्हां नूं असी फिर अगे अंकित करदे हां। जिवें 2 तो बाद अगली जिहड़ी छोटी साडे कोल लाइन है 2 ते 3 ਦੇ ਵਿਚਕਾਰ ਦਾ ਜਿਹੜਾ ਸਾਰਾ ਇਹਦੇ ਵਿੱਚ ਸਾਡੇ ਕੋਲ ਡਿਸਟੈਂਸ ਹੈ ਉਹਨੂੰ ਅਸੀਂ 10 ਬਰਾਬਰ ਭਾਗਾਂ ਦੇ ਵਿੱਚ ਵੰਡ ਲਿਆ। ਠੀਕ ਹੈ, 10 ਬਰਾਬਰ ਭਾਗਾਂ ਦੇ ਵਿੱਚ ਵੰਡਣ ਨਾਲ ਸਭ ਤੋਂ ਪਹਿਲਾਂ ਸਾਡੇ ਕੋਲ 2.1 ਫਿਰ 2.2 2.3 2.4 ਠੀਕ ਹੈ ਤੇ 2.5 2.6 2.7 2.8 ਤੇ 2.9 ਇਸ ਤਰ੍ਹਾਂ ਸਾਡੇ ਕੋਲ ਇਹ ਸਾਰੇ ਜਿਹੜੇ ਨੰਬਰ ਹੈ ਪਰਮੇय ਸੰਖਿਆਵਾਂ 2 ਤੋਂ 3 ਦੇ ਵਿਚਕਾਰ ਵਾਲੀਆਂ ਉਹ ਸਾਰੀਆਂ ਐਵੇਂ ਅਸੀਂ ਦਰਸਾ ਸਕਦੇ ਹਾਂ। ਇਹ 2 ਤੋਂ 3 ਤੱਕ ਦਾ ਜਿਹੜਾ ਸਾਡੇ ਕੋਲ ਡਿਸਟੈਂਸ ਹੈਗਾ ਇਹਨੂੰ ਅਸੀਂ 10 ਬਰਾਬਰ ਹਿੱਸਿਆਂ ਦੇ ਵਿੱਚ ਵੰਡਿਆ ਸੀ। ਠੀਕ ਹੈ, 1 2 3 4 5 6 7 8 9 10 ਤੁਸੀਂ ਕਾਊਂਟ ਕਰ ਸਕਦੇ ਹੋ। ਠੀਕ ਹੈ, ਇਸੇ ਤਰ੍ਹਾਂ ਇਹਦੇ ਵਿੱਚ ਅੱਗੇ ਹੁਣ ਇਹ ਜਿਹੜੇ 10 ਹਿੱਸੇ ਨੇ ਇਹਨਾਂ ਦੇ ਵਿੱਚੋਂ ਵੀ ਕੋਈ ਇੱਕ ਹਿੱਸਾ ਲੈ ਕੇ ਉਹਨੂੰ ਅਸੀਂ ਅੱਗੇ 10 ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਕਿ 2.6 ਤੇ 2.7 ਇਹ ਵਾਲਾ ਜਿਹੜਾ ਪੋਰਸ਼ਨ ਹੈਗਾ ਸਾਡੇ ਕੋਲ 2 ਤੇ 3 ਦੇ ਵਿਚਕਾਰ ਇਹ ਛੋਟੇ ਜਿਹੜਾ ਹਿੱਸਾ ਹੈ ਇਹਨੂੰ ਫਿਰ ਅੱਗੇ ਅਸੀਂ 10 ਹਿੱਸਿਆਂ ਦੇ ਵਿੱਚ ਵੰਡ ਲਿਆ ਹੈ। 2.6 ਤੇ 2.7 ਔਰ ਇਹਨਾਂ ਦੇ ਵਿਚਕਾਰ ਵਾਲੇ ਹਿੱਸੇ ਨੂੰ ਫਿਰ ਅਸੀਂ 10 ਬਰਾਬਰ ਭਾਗਾਂ ਦੇ ਵਿੱਚ ਵੰਡਿਆ ਹੈ। ਠੀਕ ਹੈ, ਇਹ 10 ਬਰਾਬਰ ਭਾਗਾਂ ਦੇ ਵਿੱਚ ਵੰਡਣ ਲਈ ਸਾਨੂੰ 9 ਲਾਈਨਾਂ ਜਿਹੜੀਆਂ ਵਿੱਚ ਲਗਾਉਣੀਆਂ ਪਈਆਂ ਨੇ। ਉਹ ਹਰ ਇੱਕ ਲਾਈਨ ਕਿਸ ਨੰਬਰ ਨੂੰ ਦਰਸਾਏਗੀ, ਕਿਸ ਪਰਮੇय ਸੰਖਿਆ ਨੂੰ ਦਰਸਾਏਗੀ ਉਹ ਅਸੀਂ ਇੱਥੇ ਦੇਖ ਸਕਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਸੰਖਿਆ ਹੈ 2.61 ਆਏਗੀ, ਫਿਰ 2.62 2.63 ਇਸੇ ਤਰ੍ਹਾਂ ਕਰਦੇ ਕਰਦੇ ਆਖਰੀ ਜਿਹੜੀ ਸੰਖਿਆ ਸਾਡੇ ਕੋਲ 2.69 ਬਣੇਗੀ। ਉਸ ਤੋਂ ਬਾਅਦ ਫਿਰ ਅਗਲੀ ਸੰਖਿਆ 2.7। ਠੀਕ ਹੈ, तो ਪਹਿਲੇ ਕੇਸ ਦੇ ਵਿੱਚ ਆਪਾਂ ਡੈਸੀਮਲ ਤੋਂ ਬਾਅਦ 1 ਅੰਕ ਲਿਆ ਸੀ। ਹੁਣ ਸਾਡੇ ਕੋਲ ਜਿਹੜੀਆਂ ਅੱਗੇ ਅਸੀਂ ਸੰਖਿਆਵਾਂ ਦਰਸਾਈਆਂ ਨੇ ਉਹ ਦਸ਼ਮਲਵ ਤੋਂ ਬਾਅਦ 2 ਅੰਕ ਸਾਡੇ ਕੋਲ ਆ ਰਹੇ ਨੇ। ਠੀਕ, ਸੋ ਦੇਖ ਸਕਦੇ ਹੋ ਕਿ 10 ਭਾਗਾਂ ਦੇ ਵਿੱਚ ਆਪਾਂ ਇਸ ਹਿੱਸੇ ਨੂੰ 2.6 ਤੋਂ 2.7 ਨੂੰ ਵੰਡ ਲਿਆ ਹੈ ਤੇ ਉਸ ਤੋਂ ਬਾਅਦ ਪਰਮੇय ਸੰਖਿਆਵਾਂ ਅੰਕਿਤ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ 2.66 ਤੇ 2.67 ਦੇ ਵਿਚਕਾਰ ਵਾਲਾ ਜਿਹੜਾ ਸਾਡੇ ਕੋਲ ਪੋਰਸ਼ਨ ਹੈ ਉਹਨੂੰ ਫਿਰ ਅਸੀਂ ਅੱਗੇ 10 ਹਿੱਸਿਆਂ ਦੇ ਵਿੱਚ ਵੰਡ ਲੈਂਦੇ ਹਾਂ। ਠੀਕ ਹੈ, 2.6 2.7 ਦੇ ਵਿਚਕਾਰ 2.66 2.77 ਜਿਹੜਾ ਸਾਡੇ ਕੋਲ ਪੋਰਸ਼ਨ ਹੈਗਾ ਆ ਇਹਨੂੰ ਜਦੋਂ ਅਸੀਂ ਵੱਡਾ ਕਰਕੇ ਦੇਖਦੇ ਹਾਂ ਤਾਂ ਇਹਦੇ ਵਿੱਚ ਜੋ ਸਾਡੇ ਕੋਲ ਪੋਰਸ਼ਨ ਬਚਦਾ ਹੈ ਉਹਨੂੰ ਫਿਰ ਅਸੀਂ 10 ਹਿੱਸਿਆਂ ਦੇ ਵਿੱਚ ਅੱਗੇ ਵੰਡ ਲਿਆ। ਠੀਕ ਹੈ, 10 ਹਿੱਸਿਆਂ ਦੇ ਲਈ ਸਾਨੂੰ 9 ਲਾਈਨਸ ਜਿਹੜੀਆਂ ਉਹ ਲਗਾਉਣੀਆਂ ਪਈਆਂ ਵਿੱਚ। ਪੋਰਸ਼ਨ ਤੁਸੀਂ ਦੇਖ ਸਕਦੇ ਹੋ 7 8 9 ਤੇ 10। ਠੀਕ ਹੈ, तो ਇਹਦੇ ਵਿੱਚ ਹੁਣ ਹਰ ਲਾਈਨ ਜਿਹੜੀ ਉਹ ਕਿਸ ਪਰਮੇय ਸੰਖਿਆ ਨੂੰ ਦਰਸਾ ਰਹੀ ਹੈ ਉਹ ਆਪਾਂ ਦੇਖ ਸਕਦੇ ਹਾਂ। ਪਹਿਲੀ ਜਿਹੜੀ ਸੰਖਿਆ ਸਾਡੇ ਕੋਲ 2.66 ਤੋਂ ਬਾਅਦ 2.661 ਆਏਗੀ, ਫਿਰ 2.662 ਆਏਗੀ, ਫਿਰ 2.663 ਇਸੇ ਤਰ੍ਹਾਂ 2.664 ਫਿਰ 2.665। ਠੀਕ ਹੈ, 5 ਤੋਂ ਬਾਅਦ 6 7 8 ਤੇ ਲਾਸਟ ਦੇ ਵਿੱਚ ਜਿਹੜੀ ਸੰਖਿਆ ਸਾਡੇ ਕੋਲ 2.669 ਬਣਦੀ ਹੈ। ਠੀਕ ਹੈ, तो 2.669 ਤੋਂ ਬਾਅਦ ਅਗਰ ਅਸੀਂ ਲਿਖੀਏ ਤਾਂ ਇਹ ਸਾਡੇ ਕੋਲ 2.670 ਬਣੇਗਾ। ਠੀਕ ਹੈ, ਕਿਉਂਕਿ 69 ਹੈ 69 ਤੋਂ 70 ਬਣ ਜਾਏਗਾ, ਇਹਨੂੰ ਅਸੀਂ 2.67 ਲਿਖ ਸਕਦੇ ਹਾਂ। ਤਾਂ ਇਸ ਤਰ੍ਹਾਂ 2.66 ਤੇ 2.67 ਦੇ ਵਿਚਕਾਰ ਅਸੀਂ ਜਿਹੜੀਆਂ ਪਰਮੇय ਸੰਖਿਆਵਾਂ ਹੋਰ ਦਰਸਾ ਲਈਆਂ ਨੇ। ਠੀਕ ਹੈ, ਇਹ ਅੱਗੇ ਇਹਨਾਂ ਦੇ ਹਿੱਸਿਆਂ ਦੇ ਵਿੱਚੋਂ ਅੱਗੇ ਫਿਰ ਆਪਾਂ ਕਿਸੇ ਨਾ ਕਿਸੇ ਨੂੰ ਐਕਸਪੈਂਡ ਕਰਕੇ ਦੇਖ ਸਕਦੇ ਹਾਂ। ਹੁਣ ਜਿਵੇਂ ਸਾਨੂੰ ਕਿਹਾ ਹੋਵੇ ਕਿ 2.665 ਨੂੰ ਸੰਖਿਆ ਰੇਖਾ ਦੇ ਉੱਤੇ ਦਰਸਾਓ। ਠੀਕ ਹੈ, ਤਾਂ ਇਸ ਨੂੰ ਦਰਸਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ 2 ਤੇ 3 ਤੋਂ ਸ਼ੁਰੂ ਕਰਾਂਗੇ। 2 ਤੋਂ 3 ਪਹਿਲਾਂ 2 ਤੇ 3 ਦਰਸਾਵਾਂਗੇ, ਫਿਰ ਉਸ ਤੋਂ ਬਾਅਦ ਐਕਸਪੈਂਡ ਕਰਾਂਗੇ। ਉਹਦੇ ਵਿੱਚ ਅਸੀਂ ਅੱਗੇ 2.6 ਤੋਂ 2.7 ਫਿਰ 2.66 ਤੋਂ 2.67 ਤੱਕ। ਠੀਕ ਹੈ, ਇਵੇਂ ਅਸੀਂ ਅੱਗੇ ਜਾਂਦੇ ਜਾਂਦੇ 2.65 ਤੱਕ ਪਹੁੰਚ ਸਕਦੇ ਹਾਂ।
ਇਸੇ ਤਰ੍ਹਾਂ ਅੱਗੇ ਸਾਡੇ ਕੋਲ ਇੱਕ ਉਦਾਹਰਨ ਹੈ 5 ਤੇ 6। ਸੰਖਿਆ ਰੇਖਾ ਦੇ ਉੱਤੇ 5 ਤੇ 6 ਉਹਨਾਂ ਦੇ ਵਿਚਕਾਰ ਵਾਲੇ ਜਿਹੜੇ ਸਾਡੇ ਕੋਲ ਪ੍ਰਮੇਯ ਸੰਖਿਆਵਾਂ ਨੇ ਉਹ ਦਰਸਾਈਆਂ ਗਈਆਂ ਨੇ 5.1 5.2 5.3 5.4 5.5 6 7 ਤੇ 5.8 5.9 ਠੀਕ ਹੈ। तो ਇਹਦੇ ਵਿੱਚੋਂ ਪੋਰਸ਼ਨ ਜਿਹੜਾ 5.3 ਤੇ 5.4 ਨੂੰ ਫਿਰ ਅਸੀਂ ਅੱਗੇ ਜਦੋਂ ਐਕਸਪੈਂਡ ਕਰਕੇ ਦੇਖਦੇ ਹਾਂ ਤਾਂ ਸਾਡੇ ਕੋਲ ਦਸ਼ਮਲਵ ਤੋਂ ਬਾਅਦ ਦੋ ਅੰਕ ਜਿਹੜੇ ਆਣੇ ਸ਼ੁਰੂ ਹੋ ਜਾਂਦੇ ਨੇ 5.31 5.32 5.33 5.34 ठीक है। इसी तरह करते करते साढ़े को लास्ट 5.39 जी संख्या आ जाती है। 5.39 तो बाद साढ़े को 5.40 बनेगी जी कि 5.4 साढ़े को बन जाएगी 5.4। अगे फिर 5.37 ते 5.38 नूं असीं अगे वड्डा करके देखते हैं। इहदे विचकार साढ़े कोल किहड़ियां प्रमेय संख्यावां आउणगीਆਂ ठीक है जी। 5.37 ਤੇ 5.38 ਨੂੰ ਜਦੋਂ ਅਸੀਂ ਵੱਡਾ ਕਰਦੇ ਹਾਂ ਤਾਂ ਇਸ ਤੋਂ ਅੱਗੇ ਸਾਡੇ ਕੋਲ ਹੋਰ ਸੰਖਿਆਵਾਂ ਜਿਹੜੀਆਂ ਉਹ ਪ੍ਰਮੇਯ ਸੰਖਿਆਵਾਂ ਸਾਨੂੰ ਪ੍ਰਾਪਤ ਹੋ ਜਾਂਦੀਆਂ ਨੇ। 5.37 ਤੋਂ ਬਾਅਦ ਜਿਹੜੀ 5.371 5.372 5.373 ਇਸੇ ਤਰ੍ਹਾਂ ਕਰਦੇ ਕਰਦੇ ਆਖਰੀ ਸੰਖਿਆ ਜਿਹੜੀ ਸਾਡੇ ਕੋਲ ਉਹ 5.379 ਬਣ ਜਾਂਦੀ ਹੈ ਤੇ ਸੋ ਲਾਸਟ ਦੇ ਵਿੱਚ 5.38 ਜਿਹੜੀ ਸੰਖਿਆ ਸਾਡੇ ਕੋਲ ਬਣ ਜਾਂਦੀ ਹੈ। पाँच 5.379 तो बाद 5.380 बनेगा तो 380 ਨੂੰ ਆਪਾਂ 0 ਹਟਾ ਸਕਦੇ ਹਾਂ ਤਾਂ ਉਹ ਸਾਡੇ ਕੋਲ 5.38 ਸੰਖਿਆ ਹੀ ਬਣ ਜਾਂਦੀ ਹੈ ਠੀਕ ਹੈ। तो इस तरह 5.37 ਤੇ 5.38 ਦੇ ਵਿਚਕਾਰ ਦੀਆਂ ਸੰਖਿਆਵਾਂ ਅਸੀਂ 10 ਜਿਹੜੀਆਂ 9 ਪ੍ਰਮੇਯ ਸੰਖਿਆਵਾਂ ਲੱਭ ਲੈਂਦੇ ਹਾਂ ਉਹਨਾਂ ਨੂੰ ਦਰਸਾ ਸਕਦੇ ਹਾਂ। ਇਸੇ ਤਰ੍ਹਾਂ ਅੱਗੇ ਜਦੋਂ ਹੁਣ 5.377 ਤੇ 5.378 ਨੂੰ ਅਸੀਂ ਅੱਗੇ ਵੱਡਾ ਕਰਕੇ ਦੇਖਾਂਗੇ ਤਾਂ ਉਹਨਾਂ ਦੇ ਵਿਚਕਾਰ ਵੀ ਸਾਨੂੰ ਹੋਰ ਪ੍ਰਮੇਯ ਸੰਖਿਆਵਾਂ ਮਿਲਣਗੀਆਂ। ਸੋ ਇਸੇ ਤਰ੍ਹਾਂ ਅੱਗੇ 5.377 ਤੇ 5.378 ਨੂੰ ਜਦੋਂ ਅਸੀਂ ਇਸ ਪੋਰਸ਼ਨ ਨੂੰ ਐਕਸਪੈਂਡ ਕੀਤਾ ਇਹਨੂੰ ਵੱਡਾ ਕਰਕੇ ਦੇਖਿਆ ਤਾਂ ਇਹਦੇ ਵਿੱਚੋਂ ਸਾਨੂੰ ਹੋਰ ਪ੍ਰਮੇਯ ਸੰਖਿਆਵਾਂ ਮਿਲਦੀਆਂ ਨੇ ਠੀਕ ਹੈ। ਜਿਹਦੇ ਵਿੱਚੋਂ ਪਹਿਲੀ ਪ੍ਰਮੇਯ ਸੰਖਿਆ ਜਿਵੇਂ ਸਾਡੇ ਕੋਲ 5.3771 ਮਿਲੀ ਹੈ ਠੀਕ ਹੈ। ਔਰ ਇਹ ਜਿਹੜੀ ਪ੍ਰਮੇਯ ਸੰਖਿਆ ਹੈ ਸਾਡੇ ਕੋਲ 5.3772 ਹੋਏਗੀ। ਇਸ ਤੋਂ ਬਾਅਦ ਇਹ ਸਾਡੇ ਕੋਲ 5.3773 ਇਸੇ ਢੰਗ ਦੇ ਨਾਲ ਅੱਗੇ ਜਿਹੜੀਆਂ ਪ੍ਰਮੇਯ ਸੰਖਿਆਵਾਂ ਉਹ ਸਾਡੇ ਕੋਲ ਚੱਲਦੀਆਂ ਨੇ ਠੀਕ ਹੈ। तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅੱਗੇ ਸਾਡੇ ਕੋਲ ਜਿਹੜੀ ਲਾਸਟ ਦੇ ਵਿੱਚ ਉਹ 5.3779 ਬਣਦੀ ਹੈ ਤੇ ਅਗਲੀ ਜਿਹੜੀ ਪ੍ਰਮੇਯ ਸੰਖਿਆ ਉਹ ਸਾਡੇ ਕੋਲ 5.378। ਸੋ ਇਸੇ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਿਸੇ ਵੀ ਪੋਰਸ਼ਨ ਨੂੰ ਆਪਾਂ ਐਕਸਪੈਂਡ ਕਰੀ ਜਾਈਏ ਵੱਡਾ ਕਰਕੇ ਦੇਖੀ ਜਾਈਏ ਉਹਦੇ ਵਿੱਚੋਂ ਸਾਨੂੰ ਜਿਹੜਾ ਦਸ਼ਮਲਵ ਪ੍ਰਸਾਰ ਹੈ ਵਿਸਤਾਰ ਹੈ ਉਹ ਵਧੀ ਜਾਂਦਾ ਹੈ ਤੇ ਸਾਨੂੰ ਅੱਗੇ ਤੋਂ ਅੱਗੇ ਜਿਹੜੀਆਂ ਪ੍ਰਮੇਯ ਸੰਖਿਆਵਾਂ ਉਹ ਮਿਲ ਹੀ ਜਾਂਦੀਆਂ ਨੇ। ਆਪਾਂ ਇਸ ਤਰ੍ਹਾਂ ਸਾਡੇ ਕੋਲ ਕੋਈ ਵੀ ਸਾਡੇ ਕੋਲ ਜਿਹੜੀ ਪ੍ਰਮੇਯ ਸੰਖਿਆ ਹੋਵੇ ਉਹਨੂੰ ਆਪਾਂ ਸੰਖਿਆ ਰੇਖਾ ਦੇ ਉੱਤੇ ਜਿਹੜਾ ਦਰਸਾ ਸਕਦੇ ਹਾਂ। ਜਿੱਦਾਂ ਮੰਨ ਲਓ ਹੁਣ ਅਸੀਂ ਜਿਹੜੀਆਂ ਇਹੀ ਅਸੀਂ ਕੀਤੀਆਂ ਨੇ ਇਹਦੇ ਵਿੱਚ ਅਗਰ ਸਾਨੂੰ ਕੁਐਸਚਨ ਇਹ ਵਾਲਾ ਆ ਜਾਏ ਕਿ 5.3775 ਨੂੰ ਇਸ ਪੋਰਸ਼ਨ ਨੂੰ ਸੰਖਿਆ ਰੇਖਾ ਦੇ ਉੱਤੇ ਦਰਸਾਓ ਠੀਕ ਹੈ। ਤਾਂ ਇਹਨੂੰ ਅਸੀਂ ਇਸ ਨੰਬਰ ਨੂੰ ਇਸ ਪ੍ਰਮੇਯ ਸੰਖਿਆ ਨੂੰ ਸੰਖਿਆ ਰੇਖਾ ਤੇ ਦਰਸਾਉਣ ਲਈ ਆਪਾਂ ਪਹਿਲੇ ਪੁਆਇੰਟ ਤੋਂ 5 ਤੋਂ 6 ਤੱਕ ਉੱਥੋਂ ਸਟਾਰਟ ਕਰਾਂਗੇ ਅੱਗੇ ਉਹਨੂੰ ਐਕਸਪੈਂਡ ਕਰਦੇ ਅੱਗੇ ਪੋਰਸ਼ਨ ਦੇਖਦੇ ਲਾਸਟ ਵਾਲੇ ਸਟੈਪ ਦੇ ਵਿੱਚ ਆਪਾਂ 4-5 ਸਟੈਪ ਤੋਂ ਬਾਅਦ ਅਸੀਂ 5.375 ਤੱਕ ਪਹੁੰਚਾਂਗੇ ਠੀਕ ਹੈ। ਵਿਦਿਆਰਥੀਓ ਮੈਨੂੰ ਲੱਗਦਾ ਕਿ ਗੱਲ ਜਿਹੜੀ ਤੁਹਾਨੂੰ ਸਮਝ ਆਈ ਹੋਏਗੀ ਠੀਕ ਹੈ। ਸੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਫਰਸਟ ਸਟੈਪ ਸਾਡੇ ਕੋਲ ਇਹ ਵਾਲਾ ਸੀ। ਇਹਦੇ ਤੋਂ ਫਿਰ ਅਸੀਂ 1 ਦਸ਼ਮਲਵ ਵਾਲੀਆਂ ਸੰਖਿਆਵਾਂ ਇਹਦੇ ਵਿੱਚ ਪਹਿਲਾਂ ਸਾਨੂੰ 5 ਤੋਂ 7 ਦੇ ਵਿਚਕਾਰ ਸਾਡੇ ਕੋਲ 1 ਅੰਕ ਤੱਕ ਦਸ਼ਮਲਵ ਦੇ ਅਸੀਂ ਜਿਹੜੀਆਂ ਸੰਖਿਆਵਾਂ ਦੇਖੀਆਂ ਕਿ ਦਸ਼ਮਲਵ ਤੋਂ ਬਾਅਦ 1 ਅੰਕ ਵਾਲੀਆਂ ਸੰਖਿਆਵਾਂ। ਦੂਜੇ ਸਟੈਪ ਦੇ ਵਿੱਚ ਫਿਰ ਸਾਡੇ ਕੋਲ ਜਿਹੜੀਆਂ ਸੰਖਿਆਵਾਂ ਸੀ ਉਹ 2 ਅੰਕਾਂ ਵਾਲੀਆਂ ਮਿਲੀਆਂ ਜਿਵੇਂ 5.31 ਤੇ 5.32 ਵਗੈਰਾ ਹੈ ਨਾ। ਫਿਰ ਤੀਜੇ ਸਟੈਪ ਦੇ ਵਿੱਚ ਸਾਨੂੰ ਉਹ ਸੰਖਿਆਵਾਂ ਮਿਲੀਆਂ ਜਿਹੜੀਆਂ ਕਿ ਦਸ਼ਮਲਵ ਤੋਂ ਬਾਅਦ 3 ਅੰਕਾਂ ਵਾਲੀਆਂ ਸੀਗੀਆਂ। ਫਿਰ ਚੌਥੇ ਸਟੈਪ ਦੇ ਵਿੱਚ ਸਾਨੂੰ ਉਹ ਸੰਖਿਆਵਾਂ ਮਿਲੀਆਂ ਜਿਹਦੇ ਵਿੱਚ ਦਸ਼ਮਲਵ ਤੋਂ ਬਾਅਦ ਸਾਡੇ ਕੋਲ ਜਿਹੜਾ ਪੁਆਇੰਟ ਤੋਂ ਬਾਅਦ 4 ਡਿਜਿਟ ਜਿਹੜੇ ਆਉਂਦੇ ਨੇ ਉਹ ਵਾਲੀਆਂ ਸੰਖਿਆਵਾਂ ਸਾਨੂੰ ਮਿਲੀਆਂ ਠੀਕ ਹੈ। ਇਸੇ ਤਰ੍ਹਾਂ ਅਗਰ ਅਸੀਂ ਅੱਗੇ ਫਿਰ ਅਗਲੇ ਸਟੈਪ ਤੇ ਜਾਵਾਂਗੇ ਤਾਂ ਸਾਡੇ ਕੋਲ ਦਸ਼ਮਲਵ ਤੋਂ ਬਾਅਦ ਪੁਆਇੰਟ ਤੋਂ ਬਾਅਦ ਜਿਹੜੇ 5 ਡਿਜਿਟਸ ਵਾਲੀਆਂ ਜਿਹੜੀਆਂ ਸਾਡੇ ਕੋਲ ਵੈਲਿਊਜ਼ ਨੇ ਨੰਬਰਸ ਨੇ ਉਹ ਸਾਨੂੰ ਮਿਲਣਗੇ ਠੀਕ ਹੈ ਵਿਦਿਆਰਥੀਓ। ਸੋ ਇਸ ਤੋਂ ਬਾਅਦ ਸਕਰੀਨ ਤੇ ਤੁਸੀਂ ਅਭਿਆਸ 1.4 ਦੇ ਜਿਹੜੇ ਸਵਾਲ ਦੇਖ ਸਕਦੇ ਹਾਂ। ਪਹਿਲਾ ਸਵਾਲ ਸਾਡੇ ਕੋਲ ਹੈ ਕਿ ਲਗਾਤਾਰ ਅਵਤਰਨ ਕਰਕੇ ਸੰਖਿਆ ਰੇਖਾ ਦੇ ਤੇ 3.765 ਨੂੰ ਦਰਸਾਓ ਠੀਕ ਹੈ। ਤੋ ਆਪਾਂ ਜਿਵੇਂ ਪਿੱਛੇ ਦੇਖ ਕੇ ਆਏ ਉਸੇ ਢੰਗ ਦੇ ਨਾਲ ਆਪਾਂ ਇਹ ਸਵਾਲ ਕਰਾਂਗੇ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਕਿ 4 ਦਸ਼ਮਲਵ ਸਥਾਨਾਂ ਤੱਕ ਸੰਖਿਆ ਰੇਖਾ ਤੇ 4.26 ਬਾਰ ਨੂੰ ਦਰਸਾਓ। ਤੋ 4 ਦਸ਼ਮਲਵ ਸੰਖਿਆ ਤੱਕ ਅਸੀਂ ਇਹਨੂੰ ਦਿਖਾਉਣਾ ਹੈ ਤਾਂ
अगर 4.26 है इस तो बाद फिर साढ़े कोल 2 6 ही आएगा। ठीक है, तो कहना भाव है पहले सवाल दे विच असीं 3.765 ਨੂੰ ਸੰਖਿਆ ਰੇਖਾ ਤੇ ਦਰਸਾਉਣਾ ਹੈ ਤੇ ਦੂਜੇ ਸਵਾਲ ਵਿੱਚ ਆਪਾਂ 4.2626 ਨੂੰ ਸੰਖਿਆ ਰੇਖਾ ਦੇ ਉੱਤੇ ਦਰਸਾਵਾਂਗੇ। ਠੀਕ ਹੈ, तो आओ देखते हैं किवें ਆਪਾਂ ਇਹਨੂੰ करना है। सो पहला ਜਿਹੜਾ ਸਵਾਲ ਹੈ ਸਾਡੇ ਕੋਲ ਇਹਦੇ ਸਾਨੂੰ ਜਿਹੜਾ ਨੰਬਰ ਦਿੱਤਾ ਹੋਇਆ ਉਹ ਹੈ 3.765। ठीक है, ਤੁਸੀਂ ਇਹ ਕੁਐਸਚਨ ਜਿਹੜਾ ਹੈ ਉਹ ਸਕੇਲ ਔਰ ਪੈਨਸਲ ਦੀ ਮਦਦ ਦੇ ਨਾਲ ਬਿਲਕੁਲ ਸਾਫ਼-ਸਾਫ਼ ਲਾਈਨਾਂ ਜਿਹੜੀਆਂ ਉਹ ਲਗਾਉਣੀਆਂ ਨੇ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇਹ ਸਾਡੇ ਕੋਲ ਨੰਬਰ ਹੈ 3 ਔਰ ਇਹ ਸਾਡੇ ਕੋਲ ਨੰਬਰ ਹੈ 4 ਕਿਉਂਕਿ 3.765 ਹੈ ਇਹ ਸਾਡੇ ਕੋਲ 3 ਔਰ 4 ਦੇ ਵਿਚਕਾਰ ਦੀ ਸੰਖਿਆ ਹੈ। ਠੀਕ ਹੈ, तो ਇਹਦੇ ਤੋਂ ਬਾਅਦ ਪਹਿਲਾ ਜਿਹੜਾ ਪੁਆਇੰਟ ਸਾਡੇ ਕੋਲ ਆਏਗਾ 1 2 3 4 5 6 7 8 ਤੇ 9। ठीक है, ਇੱਥੇ ਸਾਡੇ ਕੋਲ 4 ਹੈ, ਇਹਨੂੰ ਅਸੀਂ ਇਰੇਜ਼ ਕਰ ਲੈਂਦੇ ਹਾਂ। ठीक है, तो ਇਹਦੇ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਬਣੇਗਾ ਉਹ ਸਾਡੇ ਕੋਲ ਬਣੇਗਾ 3.1, ਫਿਰ ਸਾਡੇ ਕੋਲ ਬਣੇਗਾ 3.2 3.3 3.4 3.5 3.6 3.7 3.8 ਤੇ 3.9। ठीक है, ਇਸ ਤੋਂ ਅਗਲੇ ਸਟੈਪ ਦੇ ਵਿੱਚ ਹੁਣ ਆਪਾਂ ਕੀ ਕਰਨਾ ਹੈ, ਸਾਨੂੰ ਨੰਬਰ ਚਾਹੀਦਾ 3.76 ਤੋਂ 3.7 ਤੇ 3.8। ठीक है, 3.7 ਤੇ 3.8 ਇਸ ਪੋਰਸ਼ਨ ਨੂੰ ਆਪਾਂ ਐਕਸਪੈਂਡ ਕਰਾਂਗੇ ਔਰ ਇਹਨੂੰ ਐਕਸਪੈਂਡ ਕਰਕੇ ਫਿਰ ਅੱਗੇ ਦੀਆਂ ਸੰਖਿਆਵਾਂ ਜਿਹੜੀਆਂ ਉਹ ਦੇਖਾਂਗੇ ਆਪਾਂ ਕਿਵੇਂ ਬਣਦੀਆਂ ਨੇ। तो इतने मेरे को जो बिंदु है वो आ जाएगा 3.7। इतने आप लगा लेंगे 3.7। ठीक, दो तीन ਇਹ ਸਾਡੇ ਕੋਲ 3.8। ਠੀਕ ਹੈ, तो 3.7 ਤੋਂ ਬਾਅਦ ਅਗਲਾ ਜਿਹੜਾ ਅੰਕ ਹੈ ਹੁਣ ਇੱਥੇ ਸਾਡੇ ਕੋਲ ਜਿਹੜੀ ਸੰਖਿਆ ਉਹ ਕੀ ਆਏਗੀ 3.71 ਫਿਰ 3.72 3.73 3.74 3.75 3.76 3.77 3.78 ਤੇ 3.79। ठीक है, 3.79 ਲਾਸਟ ਦੇ ਵਿੱਚ। तो इस तो बाद फिर ਅਸੀਂ ਦੇਖਾਂਗੇ ਹੁਣ ਜਿਹੜਾ ਅਗਲੀ ਸੰਖਿਆ ਸਾਡੇ ਕੋਲ ਉਹ ਹੈ 5 3.65। तो 3.76 ਤੇ 3.77 ਨੂੰ ਅਸੀਂ ਅੱਗੇ ਫਿਰ ਦੁਬਾਰਾ ਐਕਸਪੈਂਡ ਕਰਾਂਗੇ। तो ਇਹ ਪਹਿਲਾ ਮੇਰੇ ਕੋਲ ਬਿੰਦੂ ਜਿਹੜਾ ਬਣੇਗਾ 3.76 ਬਣੇਗਾ। ठीक है, और ਇਹ ਸਾਡੇ ਕੋਲ 3.77 ਹੋ ਜਾਏਗਾ ਪੋਰਸ਼ਨ। ਇਹਨੂੰ ਅਸੀਂ ਉਸੇ ਢੰਗ ਨਾਲ ਡਿਵਾਈਡ ਕਰ ਲਾਂਗੇ 10 ਹਿੱਸਿਆਂ ਦੇ ਵਿੱਚ। ठीक है जी, तो ये साढ़े कोल बनेगा 3.761 3.762 3.763 3.764 3.765। ठीक है, ये 3.766 और ये 3.767 3.768 3.769। ठीक है जी, तो ये साढ़े कोल जिहड़ा ਉਹ ਪੋਜੀਸ਼ਨ ਸੀ ਉਹ ਵਾਲਾ ਨੰਬਰ ਉਹ ਪ੍ਰਮੇय ਸੰਖਿਆ ਦੀ ਜਿਹੜੀ ਸਾਡੇ ਕੋਲ ਸਥਾਨ ਹੈ ਜਿਹੜਾ ਕਿ ਅਸੀਂ ਨਿਰੂਪਿਤ ਇਹਨੂੰ ਕਰਨਾ ਸੀ ਸੰਖਿਆ ਰੇਖਾ ਦੇ ਉੱਤੇ। ਠੀਕ ਹੈ ਜੀ, तो ਇਸੇ ਨੂੰ ਜਦੋਂ ਪ੍ਰੋਪਰ ਤੁਸੀਂ ਪੈਨ ਪੈਨਸਲ ਦੇ ਨਾਲ ਯੂਜ਼ ਕਰਕੇ ਬਣਾਓਗੇ ਤਾਂ ਇਹ ਕਿਵੇਂ ਦਾ ਬਣੇਗਾ ਉਹ ਆਓ ਆਪਾਂ ਦੇਖਦੇ ਹਾਂ। ਹਾਂਜੀ ਬੱਚਿਓ, तो ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਸ ਕੁਐਸਚਨ ਨੂੰ ਤੁਸੀਂ ਪ੍ਰੋਪਰ ਸਕੇਲ ਦੇ ਨਾਲ ਸਿੱਧੀਆਂ ਲਾਈਨਸ ਬਿਲਕੁਲ ਲਗਾ ਕੇ ਬਣਾਓਗੇ ਤਾਂ ਇਹ ਕਿਵੇਂ ਦਾ ਬਣੇਗਾ। ਠੀਕ ਹੈ, ਇਸੇ ਢੰਗ ਦੇ ਨਾਲ ਤੁਸੀਂ ਹੁਣ ਅਗਲਾ ਸਵਾਲ ਹੈ ਜਿਹੜਾ ਉਹ ਤੁਸੀਂ ਆਪਣੇ ਆਪ ਕਰੋਗੇ। ਉਹਦੇ 'ਚ ਸਾਡੇ ਕੋਲ ਜਿਹੜੀ ਸੰਖਿਆ ਹੈ ਉਹ ਜਿਹੜੀ ਸੰਖਿਆ ਨੂੰ ਅਸੀਂ ਦਰਸਾਉਣਾ ਹੈ ਉਹ ਸਾਡੇ ਕੋਲ 4.2626 ਹੈ। ਠੀਕ ਹੈ,
तो ये वाली जी संख्या है ये साढ़े कोल 4 तो 5 के विचकार आएगी। तो सब तो पहला असीं जिहड़ा संख्या रेखा का हिस्सा वो लवांगे जिहड़ा 4 तो 5 तक है, फिर उन्होंने 10 हिस्सों वंडांगे। उस तो बाद फिर अगे अगे स्टैप वाइज 4 जिहड़े स्टैप बनणगे, उस तो बाद तुसीं संख्या जी 4.2626 तक पहुँच जाओगे। ठीक है, यदि भी डायग्राम जी जो तुहाडे कोल स्ट्रक्चर पूरी बनेगी वो भी तुसीं स्क्रीन पर देख सकते हो। ठीक है, प्रॉपर देख सकते हो कि सब तो पहला असीं इहनूं 4 तो 5 नूं जिहड़ा उहनूं 10 हिस्सों दे विच डिवाइड करांगे। उस तो बाद फिर 4.2 ते 4.3 जिहड़ा साडे कोल पोर्शन है उहनूं असीं एक्सपैंड करांगे। उस तो बाद 4.26 ते 4.27 नूं एक्सपैंड करांगे। फिर 4.267 4.262 ते 4.263 नूं फरदर असीं वड्डा करके देखांगे। ਉਹਦੇ ਵਿੱਚ ਜਿਹੜੀ ਸਾਨੂੰ ਲੋੜੀਂਦੀ ਸੰਖਿਆ ਹੈ ਉਸ ਪੋਰਸ਼ਨ ਦੇ ਵਿੱਚ ਉਸ ਸੰਖਿਆ ਰੇਖਾ ਦੇ ਉੱਤੇ 4.2626 ਜਿਹੜੀ ਪ੍ਰਾਪਤ ਹੋ ਜਾਏਗੀ। ठीक है विद्यार्थियों, बहुत ईजी, बहुत सौखे सवाल है, बड़े मज़े नाल सारे बच्चे क्वेश्चन हमेशा ਜਿਹੜੇ ड्राइंग वाले ड्रॉ करने वाले करते हैं। तो मैनूं उम्मीद है कि ਜਿਹੜੀਆਂ जो चीज़ां ਆਪਾਂ डिस्कस कीतियां ने वो सारियां ਤੁਹਾਨੂੰ समझ आईयां होणगीਆਂ। तो मिलते हैं फिर अगली वीडियो ਦੇ ਵਿੱਚ अगले लैसन ਦੇ ਨਾਲ। उदों तक सत श्री अकाल।